ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 7th ਕੋਆਰਡੀਨੇਟ ਜਿਓਮੈਟਰੀ ਨਿਰਦੇਸ਼ਕ ਜਮੈਤੀ, ਜਿਸ ਦੇ ਵਿੱਚ ਅਸੀਂ ਆਪਣੇ ਪਹਿਲੇ ਦੋ ਕੁਐਸਚਨਸ ਜਿਹੜੇ ਨੇ ਉਹ ਕਰ ਚੁੱਕੇ ਹਾਂ ਤੇ ਹੁਣ ਅਸੀਂ ਸਟਾਰਟ ਕਰਨਾ ਆਪਣਾ ਕੁਐਸਚਨ ਨੰਬਰ 3rd। ਸੋ ਕੁਐਸਚਨ ਨੰਬਰ 3rd ਕੀ ਹੈ ਸਾਡੇ ਕੋਲ ਕਿ ਬਿੰਦੂ ਸਮਰੇਖੀ ਹਨ। ਵਟ ਯੂ ਮੀਨ ਬਾय ਸਮਰੇਖੀ? ਇਨ ਇੰਗਲਿਸ਼ ਵੀ ਸੇ ਕੋਲੀਨੀਅਰ ਪੁਆਇੰਟਸ। ਸੋ ਕੋਲੀਨੀਅਰ ਪੁਆਇੰਟਸ ਕੀ ਹੁੰਦੇ ਹਨ? ਮੰਨ ਲਓ ਕਿ ਸਾਡੇ ਕੋਲ ਇੱਕ ਲਾਈਨ ਬਣੀ ਹੋਈ ਹੈ ए बी सी, ਤਾਂ ਇਹ ਪੁਆਇੰਟਸ ਸਾਡੇ ਕੋਲ ਜੋ ਦਿੱਤੇ ਗਏ ਹਨ। ਹੁਣ ਇਹ ਸਾਰੇ ਪੁਆਇੰਟ ਦੇਖੋ ਸਾਡੇ ਕੋਲ ਇੱਕ ਹੀ ਲਾਈਨ ਦੇ ਉੱਪਰ ਆ ਰਹੇ ਹਨ। ਸੋ ਜਦੋਂ ਸਾਡੇ ਕੋਲ ਇਸ ਤਰ੍ਹਾਂ ਸਾਰੇ ਪੁਆਇੰਟਸ ਇੱਕ ਹੀ ਲਾਈਨ ਤੇ ਆਉਂਦੇ ਹੋਣ ਤਾਂ ਸਾਡੇ ਕੋਲ ਕੀ ਹੋਵੇ? ਸਮਰੇਖੀ। ਦੂਸਰੀ ਗੱਲ ਅਸੀਂ ਕਰੀਏ ਕਿ ਆਪਣੇ ਕੁਐਸਚਨ ਦੇ ਅਨੁਸਾਰ ਅਸੀਂ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਦੇਖੋ ਕੁਐਸਚਨ ਦੇ ਵਿੱਚ ਸਾਨੂੰ ਅਸੀਂ ਇਹਦੀ ਜਦੋਂ ਤੱਕ ਲਾਈਨ ਨਹੀਂ ਬਣਾਵਾਂਗੇ ਤਾਂ ਸਾਨੂੰ ਕਲੀਅਰ ਨਹੀਂ ਹੋਏਗਾ ਕਿ ਇੱਕ ਲਾਈਨ ਤੇ ਆਉਂਦੇ ਹਨ ਕਿ ਨਹੀਂ ਆਉਂਦੇ ਹਨ। ਕਲੀਅਰ ਹੈ ਨਾ? ਲਾਈਨ ਬਣਾ ਕੇ ਸਾਨੂੰ ਇਹ ਕਲੀਅਰ ਹੋ ਜਾਏਗਾ, ਪਰ ਫਿਰ ਵੀ ਪ੍ਰੈਕਟੀਕਲੀ ਅਸੀਂ ਇਸ ਨੂੰ ਕਿਸ ਤਰ੍ਹਾਂ ਦੱਸਣਾ ਹੈ। ਦੇਖੋ ਅਸੀਂ ਪਹਿਲਾਂ ਲਾਈਨ ਨੂੰ ਕਲੀਅਰ ਕਰੀਏ। ਹੁਣ A to B ਅਸੀਂ ਦੇਖੀਏ ਤਾਂ ਸਾਡੇ ਕੋਲ ਇੱਕ ਡਿਸਟੈਂਸ ਬਣ ਰਿਹਾ A to B ਦਾ। B to C ਦੇਖੀਏ ਤਾਂ ਸਾਡੇ ਕੋਲ ਇੱਕ ਡਿਸਟੈਂਸ ਹੋਰ ਬਣ ਰਿਹਾ B ਤੇ C ਦਾ। ਅਗਰ ਅਸੀਂ A to C ਜਾਂਦੇ ਹਾਂ ਤਾਂ ਸਾਡੇ ਕੋਲ ਇੱਕ ਡਿਸਟੈਂਸ ਹੋਰ ਬਣ ਜਾਂਦਾ ਹੈ ਇੱਥੇ AC। ਹੁਣ ਜਿਹੜਾ AC ਡਿਸਟੈਂਸ ਹੈ ਉਹ ਦੂਰੀ ਹੈ ਜਿਹੜੀ ਇਹਨਾਂ ਦੋਵਾਂ ਦੂਰੀਆਂ ਤੋਂ ਜ਼ਿਆਦਾ ਹੈ। ਜ਼ਿਆਦਾ ਵੀ ਹੈ ਅਤੇ ਜਿਸ ਦੇ ਵਿੱਚ ਇਹ ਦੋਵੇਂ ਦੂਰੀਆਂ ਆਉਂਦੀਆਂ ਹਨ। ਸੋ ਸਮਝ ਲੱਗੀ ਆ ਕੀ ਕਿਹਾ? ਸੋ AC ਉਹ ਡਿਸਟੈਂਸ ਹੈ ਵਿਚ ਇਨਕਲੂਡਸ ਟੂ ਡਿਸਟੈਂਸ। ਸੋ ਜਿਹਦੇ ਵਿੱਚ ਦੋ ਡਿਸਟੈਂਸ ਆਉਂਦੇ ਹਨ, ਕਿਹੜੇ ਕਿਹੜੇ? AB ਐਂਡ BC। ਸੋ ਦੇਅਰਫੋਰ ਅਸੀਂ ਲਿਖ ਸਕਦੇ ਹਾਂ AC ਇਜ਼ ਇਕੁਅਲ ਟੂ, AC ਦੀ ਦੂਰੀ ਕਿਹਦੇ ਬਰਾਬਰ ਹੈ? AB ਦੂਰੀ ਪਲੱਸ BC ਦੀ ਦੂਰੀ। ਸੋ ਇਹ ਹੈ ਸਾਡੇ ਕੋਲ ਕੋਲੀਨੀਅਰ ਦੀ ਕੰਡੀਸ਼ਨ, ਮਤਲਬ ਕਿ ਜਿਹਦੇ ਵਿੱਚ ਦੋ ਦੂਰੀਆਂ ਦਾ ਜਿਹੜਾ ਐਡ ਹੈ ਜਾਂ ਸਮ ਹੈ, ਸਾਡੇ ਕੋਲ ਜੋੜ ਹੈ, ਉਹ ਤੀਸਰੀ ਦੂਰੀ ਦੇ ਬਰਾਬਰ ਜਿਹੜਾ ਕਿ ਬਣਦਾ ਹੈ। ਸੋ ਜਦੋਂ ਸਾਡੇ ਕੋਈ ਕੰਡੀਸ਼ਨ ਬਣ ਜਾਂਦੀ ਹੈ ਤਾਂ ਉਦੋਂ ਸਾਡੇ ਕੋਲ ਜਿਹੜਾ ਇਹ ਪੁਆਇੰਟਸ ਜਿਹੜੇ ਸਮਰੇਖੀ ਹੋਣਗੇ। ਸੋ ਇਹ ਤਾਂ ਹੋਇਆ ਕਿ ਇਹਨਾਂ ਦੀ ਅਸੀਂ ਦੂਰੀਆਂ ਪਤਾ ਕਰਕੇ ਇਹਨਾਂ ਨੂੰ ਸਮਰੇਖੀ ਜਾਂ ਕੋਲੀਨੀਅਰ ਸ਼ੋਅ ਕਰ ਸਕਦੇ ਹਾਂ, ਦਰਸਾ ਸਕਦੇ ਹਾਂ। ਦੂਸਰਾ ਅਸੀਂ ਗ੍ਰਾਫ ਦੇ ਵਿੱਚ ਪੁਆਇੰਟ ਪਲਾਟ ਕਰਕੇ ਦੱਸ ਸਕਦੇ ਹਾਂ ਕਿ ਇਹ ਪੁਆਇੰਟ ਇੱਕ ਲਾਈਨ 'ਤੇ ਆ ਰਹੇ ਹਨ ਜਾਂ ਕਿ ਨਹੀਂ ਆ ਰਹੇ। ਦੇਖਦੇ ਹਾਂ ਕਿਸ ਤਰ੍ਹਾਂ। ਪਹਿਲਾ ਪੁਆਇੰਟ ਦੇਖੋ 1,5। ਸੋ ਐਕਸ ਕਿੰਨਾ ਹੈ ਸਾਡੇ ਕੋਲ? ਇਹਨਾਂ ਨੂੰ ਅਸੀਂ ਕੀ ਕਰਨਾ ਹੁੰਦਾ ਹੈ, ਪਹਿਲਾਂ ਇਹਨਾਂ ਦੇ ਨਾਮ ਰੱਖ ਲਓ। ਇਹ ਪੁਆਇੰਟ A ਹੋ ਗਿਆ ਸਾਡੇ ਕੋਲ, ਜੋ ਹੈ ਸਾਡੇ ਕੋਲ 1,5। ਫਿਰ ਸਾਡੇ ਕੋਲ B ਹੈ ਜੋ ਹੈ ਸਾਡਾ 2,3। ਫਿਰ ਸਾਡੇ ਕੋਲ ਹੋ ਗਿਆ C ਬਰਾਬਰ -2,-11। ਸੋ ਇਸ ਦੇ ਵਿੱਚ X ਪੁਆਇੰਟ A, Y ਪੁਆਇੰਟ A, XA, YA, X ਪੁਆਇੰਟ A ਤੇ Y ਪੁਆਇੰਟ -11 ਹੋ ਗਿਆ। ਸੋ A ਪੁਆਇੰਟ ਨੂੰ ਦੇਖੋ ਸਾਡੇ ਕੋਲ X ਕਿੰਨਾ ਹੈ 1 ਅਤੇ Y ਕਿੰਨਾ ਹੈ 5। ਸੋ X ਪੋਜ਼ਿਟਿਵ ਤੇ ਨੈਗੇਟਿਵ ਤੇ ਜ਼ਰੂਰ ਧਿਆਨ ਦੇਣਾ ਹੈ। ਇਹ ਸਾਡੀ ਕੋਲ X ਐਕਸਿਸ ਅਲਾਈਨ ਹੁੰਦੀ ਹੈ ਜਾਂ X ਤਰ੍ਹਾਂ ਹੁੰਦਾ ਹੈ, ਜਿਸ ਦੇ ਪੋਜ਼ਿਟਿਵ ਪੁਆਇੰਟ ਸਾਡੇ ਕੋਲ ਇਸ ਪੁਆਇੰਟ ਤੋਂ ਓਰੀਜਨ ਪੁਆਇੰਟ ਆਫ ਓਰੀਜਨ ਤੋਂ ਰਾਈਟ ਸਾਈਡ ਤੇ ਹੋਣਗੇ, ਸੱਜੇ ਪਾਸੇ ਪੋਜ਼ਿਟਿਵ ਵੈਲਿਊਜ਼ ਹੋਣਗੀਆਂ, ਧਨਾਤਮਕ ਸੰਖਿਆਵਾਂ ਹੋਣਗੀਆਂ, ਐਂਡ ਲੈਫਟ ਸਾਈਡ ਤੇ ਸਾਡੇ ਕੋਲ ਰਿਣਾਤਮਕ ਸੰਖਿਆਵਾਂ ਜਾਂ ਨੈਗੇਟਿਵ ਨੰਬਰ ਜਿਹੜੇ ਉਹ ਵੈਲਿਊਜ਼ ਜਿਹੜੀਆਂ ਉਹ ਹੋਣਗੀਆਂ। ਸੋ ਇਸ ਤਰ੍ਹਾਂ ਹੀ ਵਾਈ ਐਕਸਿਸ ਦੇ ਸਾਡੇ ਕੋਲ ਉੱਪਰ ਵੱਲ ਜਿਹੜੇ ਪੁਆਇੰਟਸ ਨੇ ਉਹ ਸਾਡੇ ਕੋਲ ਪੋਜ਼ਿਟਿਵ ਜਾਂ ਧਨਾਤਮਕ ਹੋਣਗੇ ਅਤੇ ਨੀਚੇ ਵੱਲ ਦੇਖੀਏ ਤਾਂ ਸਾਡੇ ਕੋਲ ਨੈਗੇਟਿਵਸ ਜਿਹੜੇ ਕਿ ਲੱਗੇ ਹੋਏ ਹਨ। ਸੋ ਇਹਨਾਂ ਨੂੰ ਅਸੀਂ ਦਰਸਾਉਂਦੇ ਕਿੱਦਾਂ? ਦੇਖੋ ਇੱਧਰ ਐਕਸ ਤੇ ਡੈਸ਼ ਲੱਗਾ ਹੋਇਆ, ਮਤਲਬ ਕਿ ਇਸ ਸਾਈਡ ਤੇ ਨੈਗੇਟਿਵ ਪੁਆਇੰਟਸ ਹਨ। ਨੀਚੇ ਵਾਈ ਤੇ ਡੈਸ਼ ਲੱਗਾ ਹੋਇਆ, ਮਤਲਬ ਕਿ ਨੀਚੇ ਜਿਹੜੇ ਵਾਈ ਪੁਆਇੰਟਸ ਹੋਣਗੇ ਉਹ ਨੈਗੇਟਿਵ ਹੋਣਗੇ। ਸੋ ਐਕਸ ਕਿੰਨਾ ਹੈ ਸਾਡਾ 1 ਪੋਜ਼ਿਟਿਵ ਦਾ, ਇਹ ਪੁਆਇੰਟ ਆ ਗਿਆ। ਵਾਈ ਕਿੰਨਾ ਹੈ 5। ਸੋ ਇਹ 1 ਹੈ, ਵਾਈ 5 ਹੈ। ਸੋ ਦੋਵਾਂ ਨੂੰ ਜੇਕਰ ਮਿਲਾਉਂਦੇ ਹਾਂ ਤਾਂ ਇੱਥੋਂ 1 ਤੋਂ ਉੱਪਰ ਜਾਂਦੇ ਹਾਂ, ਇਸ ਸਾਈਡ ਤੋਂ ਇੱਧਰ ਆਉਂਦੇ ਹਾਂ ਤਾਂ ਸਾਡੇ ਕੋਲ ਇੱਕ ਪੁਆਇੰਟ ਸਾਡਾ A ਜਿਹੜਾ ਹੈ ਉਹ ਇਹ ਵਾਲਾ ਆ ਜਾਂਦਾ ਹੈ। ਫਿਰ B ਦੇ ਪੁਆਇੰਟਸ ਦੇਖੋ 2,3। X ਕਿੰਨਾ ਹੈ 2 ਅਤੇ Y ਕਿੰਨਾ ਹੈ 3। ਦੋਵੇਂ ਪੋਜ਼ਿਟਿਵ ਹਨ, ਇਸ ਸਾਈਡ ਤੇ ਆਣਗੇ। X2 Y 3, ਇਹ ਆ ਗਿਆ ਸਾਡਾ X2 ਅਤੇ ਇਹ ਚਲ ਗਿਆ Y3 ਸਾਡੇ ਕੋਲ। ਇਹ B ਪੁਆਇੰਟ ਜਿਹੜਾ ਸਾਡੇ ਕੋਲ ਇਸ ਜਗ੍ਹਾ ਤੇ ਆਉਂਦਾ ਹੈ। ਫਿਰ ਸਾਡੇ ਕੋਲ ਪੁਆਇੰਟ ਹੈ X ਕਿੰਨਾ ਹੈ ਮਾਈਨਸ ਤੇ Y ਵੀ ਕਿੰਨਾ ਹੈ ਮਾਈਨਸ, ਦੋਵੇਂ ਮਾਈਨਸ ਹਨ, -2 ਐਂਡ -11। ਸੋ X ਦੇ ਮਾਈਨਸ ਵਾਲੇ ਪੁਆਇੰਟਸ ਇਹ ਹਨ। ਇਹ ਆ ਗਿਆ ਸਾਡਾ X ਦਾ -2। ਸੋ X ਦਾ ਜਿਹੜਾ Y -11, ਇਹ ਆ ਗਿਆ ਸਾਡਾ Y -11। ਸੋ 2 ਤੋਂ ਅਸੀਂ ਨੀਚੇ ਵੱਲ ਆएंगे ਕਿਉਂਕਿ ਸਾਡੇ ਕੋਲ 11 ਜਿਹੜਾ ਉਹ ਮਾਈਨਸ ਦਾ ਨੀਚੇ ਵੱਲ ਪਿਆ ਹੈ। ਸੋ ਇਹ ਆ ਗਿਆ ਸਾਡੇ ਕੋਲ, ਇਹ ਆ ਗਿਆ 3rd ਪੁਆਇੰਟ। ਹੁਣ ਧਿਆਨ ਨਾਲ ਦੇਖੋ ਕਿ ਜਿਹੜੇ AB ਪੁਆਇੰਟਸ ਨੇ ਉਹ ਕਿਹੜੀ ਸਾਈਡ ਤੇ ਰਹਿ ਗਏ ਹਨ ਤੇ C ਪੁਆਇੰਟ ਜਿਹੜਾ ਕਿਹੜੀ ਦਿਸ਼ਾ ਵਿੱਚ ਆ ਗਿਆ ਹੈ। ਇੱਕ ਲਾਈਨ ਬਣ ਰਹੀ ਹੈ, ਨਹੀਂ ਨਾ ਬਣ ਰਹੀ। ਹੁਣ ਅਸੀਂ ਆਪਣੇ ਕੁਐਸਚਨ 'ਚ ਦੇਖਦੇ ਹਾਂ ਕਿ ਸਾਡੇ ਕੋਲ ਇਹ ਬਰਾਬਰ ਆਉਂਦਾ ਜਾਂ ਨਹੀਂ ਆਉਂਦਾ। ਜੇਕਰ ਬਰਾਬਰ ਆਇਆ ਤਾਂ ਸਮਰੇਖੀ ਜਾਂ ਕੋਲੀਨੀਅਰ, ਜੇਕਰ AC ਨੋਟ ਇਕੁਅਲ ਟੂ AB ਪਲੱਸ BC ਆਉਂਦਾ ਹੈ ਤਾਂ ਇਹ ਸਾਡੇ ਕੋਲ ਅਸਮ ਰੇਖੀ ਜਾਂ ਫਿਰ ਅਸੀਂ ਕਹਾਂਗੇ ਨੋਟ ਕੋਲੀਨੀਅਰ।
ਸੋ ਸ਼ੁਰੂ ਕਰਦੇ ਹਾਂ ਅਸੀਂ। ਸਭ ਤੋਂ ਪਹਿਲਾਂ ਦੂਰੀ ਪਤਾ ਕਰਾਂਗੇ ਅਸੀਂ A ਅਤੇ B ਦੀ। ਸੋ ਧਿਆਨ ਦੇਣਾ ਕਿ ਜਿਹੜੇ ਪੁਆਇੰਟਸ ਅਸੀਂ ਲਿਖਾਂਗੇ ਅਸੀਂ ਉਹਨਾਂ ਤੇ ਹੀ ਫੋਕਸ ਕਰਕੇ ਜਿਹੜਾ ਕੁਐਸਚਨ ਨੂੰ ਹੱਲ ਕਰਨਾ ਹੈ। ਸੋ A B ਲਿਖਾਂਗੇ ਤਾਂ ਇਹਦਾ ਮਤਲਬ ਕਿ ਜਿਹੜਾ ਪੁਆਇੰਟ ਪਹਿਲਾਂ ਲਿਖਿਆ ਉਹਦੇ ਵਿੱਚ x1 y1 ਹੋਏਗਾ, ਜਿਹੜਾ ਪੁਆਇੰਟ ਬਾਅਦ ਵਿੱਚ ਲਿਖਿਆ B ਅਸੀਂ ਉਹਦੇ ਵਿੱਚ x2 ਤੇ y2 ਹੋਏਗਾ। ਸੋ ਰੂਟ B ਦੇ ਪੁਆਇੰਟਸ ਚੋਂ A ਦੇ ਪੁਆਇੰਟ ਮਾਈਨਸ ਕਰਨੇ ਹਨ। 2 ਮਾਈਨਸ 1, ਸੋ 2 ਮਾਈਨਸ 1 ਦਾ ਹੋਲ ਸਕੁਅਰ ਪਲੱਸ 3 ਮਾਈਨਸ 5, 3 ਮਾਈਨਸ 5 ਦਾ ਹੋਲ ਸਕੁਅਰ। ਸਾਡੇ ਕੋਲ ਆ ਗਿਆ 2 ਮਾਈਨਸ 1, 1 ਦਾ ਸਕੁਅਰ ਪਲੱਸ 3 ਮਾਈਨਸ 5 ਮਾਈਨਸ 2 ਦਾ ਸਕੁਅਰ। ਸਾਡੇ ਕੋਲ ਬਣਦਾ 1 ਦਾ ਸਕੁਅਰ 1 ਮਾਈਨਸ ਦਾ ਸਕੁਅਰ ਕਰੀਏ ਪੋਜ਼ਿਟਿਵ, ਸਾਡੇ ਕੋਲ 2 ਦਾ ਸਕੁਅਰ ਕੀਤਾ 4, ਸਾਡੇ ਕੋਲ ਆ ਗਿਆ ਰੂਟ 5। ਸੋ ਇਹ ਸਾਡੇ ਕੋਲ ਆ ਗਿਆ A B ਦਾ ਡਿਸਟੈਂਸ। ਫਸਟ ਪਾਰਟ ਜਿਹੜਾ ਸਾਡਾ ਕਲੀਅਰ। ਸੈਕਿੰਡ ਅਸੀਂ ਪਤਾ ਕਰਨਾ ਹੈ BC ਦੀ ਦੂਰੀ ਪਤਾ ਕਰਦੇ ਹਾਂ। ਹੁਣ C ਦੇ ਪੁਆਇੰਟਸ ਦੇ ਵਿੱਚੋਂ ਅਸੀਂ B ਦੇ ਪੁਆਇੰਟ ਮਾਈਨਸ ਕਰਨੇ ਹਨ। ਸੋ ਇਹੀ ਚੀਜ਼ ਸਿੱਖਣ ਵਾਲੀ ਹੈ, ਇੱਥੇ ਸਮਝਣ ਵਾਲੀ ਹੈ ਕਿ ਅਸੀਂ BC ਲਿਖਿਆ ਹੈ ਤਾਂ ਅਸੀਂ C ਦੇ ਪੁਆਇੰਟਸ ਦੇ ਵਿੱਚੋਂ B ਦੇ ਪੁਆਇੰਟ ਮਾਈਨਸ ਕਰਨੇ ਹਨ, ਕਿਉਂਕਿ C ਬਾਅਦ ਵਿੱਚ ਲਿਖਿਆ ਸੀ, B ਪਹਿਲਾਂ ਲਿਖਿਆ ਹੈ। ਇਸ ਨੂੰ ਤੁਸੀਂ ਥੋੜਾ ਧਿਆਨ 'ਚ ਰੱਖ ਕੇ ਚੱਲਣਾ ਹੈ। ਸੋ ਇਹ ਸਾਡੇ ਕੋਲ ਆਏਗਾ -2 ਮਾਈਨਸ ਕਰ ਦਿੰਦੇ B ਸਕੁਅਰ -11 -3 ਦਾ ਹੋਲ ਸਕੁਅਰ। ਸਾਡੇ ਕੋਲ ਬਣ ਗਿਆ ਦੋਵੇਂ ਵੈਲਿਊਜ਼ ਮਾਈਨਸ ਦੀਆਂ। -2 ਕਿੰਨੀ ਵਾਰ ਹੈ? 2 ਵਾਰੀ। ਇਹਦਾ ਮਤਲਬ -2 ਹੋ ਗਿਆ ਪਲੱਸ ਸਾਡੇ ਕੋਲ ਬਣ ਗਿਆ 4 -4 ਦਾ ਸਕੁਅਰ ਪਲੱਸ ਮਾਈਨਸ ਪਲੱਸ ਹੋ ਗਿਆ। ਫਿਰ ਸਾਡੇ ਕੋਲ ਆ ਗਿਆ 14 ਜਾਂ 14 ਹੋਲ ਸਕੁਅਰ ਆ ਗਿਆ ਸਾਡੇ ਕੋਲ। ਸੋ 4 -4 ਦਾ ਵਰਕ ਕਰੋ 16 -14 ਦਾ ਕਰੋ 196। ਸੋ ਇਸ ਨੂੰ ਐਡ ਕਰਕੇ ਸਾਡੇ ਕੋਲ ਕਿੰਨਾ ਆਉਂਦਾ ਹੈ 6 12 9 ਤੇ 10 10 ਤੇ 11 1 ਤੇ 2 212। ਇਹ ਆ ਗਿਆ ਸਾਡੇ ਕੋਲ BC। ਸੋ ਇਸ ਤੋਂ ਬਾਅਦ ਸਾਡੇ ਕੋਲ ਰਹਿ ਜਾਂਦਾ ਹੈ AC ਸਾਡਾ। ਹੁਣ C ਦੇ ਪੁਆਇੰਟ ਦੇ ਵਿੱਚੋਂ ਅਸੀਂ ਕਿਹੜੇ ਪੁਆਇੰਟ ਮਾਈਨਸ ਕਰਾਂਗੇ? ਕਲੀਅਰ ਹੋ ਗਿਆ ਹੋਵੇਗਾ ਨਾ? A ਦੇ ਪੁਆਇੰਟਸ ਮਾਈਨਸ ਕਰਾਂਗੇ। ਸੋ ਸਾਡੇ ਕੋਲ ਇਜ਼ ਇਕੁਅਲ ਟੂ ਰੂਟ -2 ਐਂਡ -1 ਦਾ ਹੋਲ ਸਕੁਅਰ ਪਲੱਸ -11 -5 ਹੋਲ ਸਕੁਅਰ ਇਜ਼ ਇਕੁਅਲ ਟੂ ਆ ਗਿਆ ਸਾਡੇ ਕੋਲ -3 ਸਕੁਅਰ ਪਲੱਸ ਇਹ ਆ ਗਿਆ 16 ਦਾ ਸਕੁਅਰ। ਸੋ 3 ਦਾ ਸਕੁਅਰ ਕਰੋ ਮਾਈਨਸ ਦਾ ਆ ਗਿਆ 9, 16 ਦਾ ਸਕੁਅਰ ਕਰੋ ਸਾਡੇ ਕੋਲ ਕਿੰਨਾ ਆਉਂਦਾ ਹੈ 256। ਸੋ ਦੋਵਾਂ ਨੂੰ ਐਡ ਕਰੋ ਕਿੰਨਾ ਬਣਦਾ ਸਾਡੇ ਕੋਲ 9 ਤੇ 6 15 1 ਕੈਰੀ 5 + 1 6 ਤੇ ਨਾਲ ਆ ਗਿਆ ਸਾਡੇ ਕੋਲ 265। ਸੋ ਇਹ ਆ ਗਿਆ ਸਾਡੇ ਕੋਲ AC। ਹੁਣ ਧਿਆਨ ਦਿਓ 212 'ਚ 5 ਜੋੜੋ ਤੁਹਾਡੇ ਕੋਲ ਜਿਹੜਾ ਬਣਦਾ ਹੈ 265 ਕਦੇ ਵੀ ਨਹੀਂ ਬਣ ਰਿਹਾ, ਠੀਕ ਹੈ, ਨਹੀਂ ਬਣ ਰਿਹਾ। ਸੋ ਦੇਖੋ ਸਾਡੇ ਕੋਲ ਆ ਗਿਆ AC not equal to AB distance plus BC distance। ਸੋ ਇਹਨਾਂ ਦੋਵਾਂ ਨੂੰ ਜੋੜ ਕੇ ਦੇਖੋ ਸਾਡੇ ਕੋਲ 212 'ਚ 5 ਨਹੀਂ ਜੁੜ ਰਹੇ, ਠੀਕ ਹੈ, ਸਾਡੇ ਕੋਲ ਘੱਟ ਬਣ ਰਿਹਾ ਹੈ। ਸੋ ਸਾਡੇ ਕੋਲ ਜਿਹੜਾ ਇਹ ਨੋਟ ਟਰੂ ਆਉਂਦਾ ਹੈ ਦੇਅਰਫੋਰ ਦਿੱਤੇ ਗਏ ਬਿੰਦੂ ਸਮਰੇਖੀ ਸਮਰੇਖੀ ਨਹੀਂ ਹਨ ਜਾਂ ਅਸਮਰੇਖੀ ਹਨ। ਸੋ ਗਿਵਨ ਪੁਆਇੰਟਸ ਆਰ ਨੋਟ ਕੋਲੀਨੀਅਰ। ਸੋ ਇਸ ਸਾਈਡ ਤੇ ਸਾਡੇ ਕੋਲ ਪਹਿਲਾਂ ਹੀ ਕਲੀਅਰ ਹੋ ਗਿਆ ਸੀ। ਇਹ ਲਾਈਨ ਤਾਂ ਸਾਡੇ ਕੋਲ ਇਸ ਤਰ੍ਹਾਂ ਬਣ ਗਈ, ਦੂਸਰੀ ਲਾਈਨ ਤਾਂ ਸਾਡੇ ਕੋਲ ਪੁਆਇੰਟ ਹੀ ਇਕੱਲਾ ਰਹਿ ਗਿਆ, ਲਾਈਨ ਤਾਂ ਬਣੀ ਨਹੀਂ ਇੱਕ ਸਾਡੇ ਕੋਲ। ਇਹਨੂੰ ਤਾਂ ਸਿੱਧਾ ਹੀ ਦੱਸਤਾ ਸੀ, ਪਹਿਲਾਂ ਹੀ ਕਲੀਅਰ ਤੁਹਾਨੂੰ ਕਰਤਾ ਸੀ ਕਿ ਜਿਹੜੇ ਕਿ ਕੋਲੀਨੀਅਰ ਜਾਂ ਸਮਰੇਖੀ ਨਹੀਂ ਆਣਗੇ। ਪਰ ਜਦੋਂ ਅਸੀਂ ਸੋਲਵ ਕਰਨਾ ਹੈ ਮੈਥਮੈਟੀਕਲੀ ਤਾਂ ਇਹ ਜਿਹੜਾ ਪ੍ਰੋਸੈਸ ਹੈ ਸਾਡਾ ਇਸ ਕੰਡੀਸ਼ਨ ਨੂੰ ਧਿਆਨ 'ਚ ਰੱਖ ਕੇ ਜਿਹੜਾ ਤੁਸੀਂ ਸੋਲਵ ਜਿਹੜਾ ਉਹ ਕਰਨਾ ਹੈ। ਸੋ ਉਮੀਦ ਕਰਦਾ ਕਿਹੜਾ ਕੁਐਸਚਨ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਕਰਨਾ ਕੀ ਹੈ, ਕੁਐਸਚਨ ਦੇ ਵਿੱਚ 3 ਪੁਆਇੰਟ ਸੀ, 3 ਦੂਰੀਆਂ ਨਿਕਲਣਗੀਆਂ, ਤਿੰਨਾਂ ਪੁਆਇੰਟਸ ਨੂੰ ਅਸੀਂ ਨਾਮ ਦਿੱਤੇ ABC। AB ਡਿਸਟੈਂਸ ਫਾਈਂਡ ਕੀਤਾ, BC ਕੀਤਾ, AC ਕੀਤਾ। ਸੋ ਜੋ ਕੰਡੀਸ਼ਨ ਸੀ ਉਹ ਦੇਖਿਆ ਪ੍ਰੂਵ ਹੋਈ ਜਾਂ ਨਹੀਂ ਹੋਈ। ਸੋ ਜੇਕਰ ਕਲਾਸ ਵਧੀਆ ਲੱਗੀ ਹੈ ਤਾਂ ਲਾਈਕ ਜ਼ਰੂਰ ਕਰੋ ਅਤੇ ਦੂਜਿਆਂ ਤੱਕ ਸ਼ੇਅਰ ਵੀ ਕਰੋ ਤਾਂ ਜੋ ਅਸੀਂ ਦੂਸਰੇ ਬੱਚਿਆਂ ਦੀ ਵੀ ਸਹਾਇਤਾ ਜਿਹੜੀ ਕਰ ਸਕੀਏ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।